ਸਤਨਾਮ ਧੰਨ ਵਾਹਿਗੁਰੂ ਜੀ। ਦੋਇ ਕਰ ਜੋਰ ਮੰਗੋ ਇਕ ਦਾਨ, ਸਾਹਿਬ ਤੁਠੈ ਪਾਵਾਂ। ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾਂ। ਅਨਕਾਏ ਰਾਤੜੀਆ ਬਾਟ ਦੁਹੇਲੀ ਰਾਮ, ਪਾਪ ਕਮਾਵੰਦਿਆਂ ਤੇਰਾ ਕੋਇ ਨਾ ਵੇਲੀ ਰਾਮ। ਕੋਇ ਨਾ ਵੇਲੀ ਹੋਏ ਤੇਰਾ, ਸਦਾ ਪਛੋਤਾਵੇ। ਗੁਣ ਗੋਪਾਲ ਨਾ ਜਪੈ ਰਸਨਾ, ਹਿਰ ਕਦੋ ਸੇ ਦੇਹ ਆਵੇ। ਤਰਵਰ ਵਿਛੁਨੇ ਨਾ ਪਾਤ ਜੁੜਤੇ, ਜਮ ਮਗ ਗੋਨ ਇਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰਿ ਕੇ, ਸਦਾ ਫਿਰਤ ਦੁਹੇਲੀ। ਸਰਵਰੇ ਕਾਇਨਾਤ ਦੇ ਮਾਲਕ, ਭਗਤ ਵਛਲ ਕਿਰਪਾ ਨਿਧਾਨ, ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਪਾਕ ਹਜ਼ੂਰੀ ਵਿੱਚ ਸੁਭਾਇਮਾਨ ਹੋਏ ਬੈਠੇ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਪਿਛਲੇ ਸਮੇਂ ਦੇ ਵਿੱਚ ਆਸਾ ਰਾਗ ਦੀ ਗੁਰੂ ਨਾਨਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪੱਟੀ ਬਾਣੀ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਸਾ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਪੱਟੀ ਬਾਣੀ ਦੀ ਵਿਚਾਰ ਅਸੀਂ ਪਿਛਲੇ ਦਿਨਾਂ ਵਿੱਚ ਸਰਵਣ ਕੀਤੀ ਹੈ। ਉਸ ਦੇ ਨਾਲ ਹੀ ਇਹ ਜਿਹੜੀ ਵਿਚਾਰ ਹੈ, ਇਹ ਵੀ ਇਸ ਪ੍ਰਕਾਰ ਦੀ ਹੀ, ਇਸ ਕਿਸਮ ਦੀ ਹੀ ਵਿਚਾਰ ਹੈ ਜਿਵੇਂ ਪੱਟੀ ਬਾਣੀ ਦੀ ਵਿਚਾਰ ਹੈ। ਕਿਉਂਕਿ ਜਿਹੜੀ ਸੰਸਕ੍ਰਿਤ ਅਤੇ ਦੇਵਨਾਗਰੀ ਹਿੰਦੀ ਭਾਸ਼ਾ ਹੈ, ਉਸਦੇ 52 ਅੱਖਰ ਹਨ। ਜਿਵੇਂ ਸਾਡੀ ਗੁਰਮੁਖੀ ਦੇ 35 ਅੱਖਰ ਹਨ ਅਤੇ ਦੇਵਨਾਗਰੀ ਦੇ ਅਤੇ ਸੰਸਕ੍ਰਿਤ ਦੇ ਜਾਂ ਹਿੰਦੀ ਦੇ 52 ਅੱਖਰ ਹਨ। ਇਸ ਕਰਕੇ ਇਸ ਬਾਣੀ ਦਾ ਨਾਮ ਗੁਰੂ ਸਾਹਿਬ ਨੇ 52 ਅੱਖਰੀ, ਉਹਨਾਂ 52 ਅੱਖਰਾਂ ਤੋਂ ਉਪਦੇਸ਼ ਬਖਸ਼ਿਆ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 52 ਅੱਖਰੀ ਬਾਣੀਆਂ ਹਨ। ਇੱਕ ਗੋੜੀ ਰਾਗ ਦੇ ਵਿੱਚ ਹੀ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ, ਅਤੇ ਇਹ ਬਾਣੀ ਗੋੜੀ ਰਾਗ ਦੇ ਵਿੱਚ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ। ਉੱਥੇ ਭਗਤ ਕਬੀਰ ਸਾਹਿਬ ਜੀ ਨੇ ਸਿਰਲੇਖ 52 ਅੱਖਰੀ ਹੈ। ਆਓ ਕਿ ਕੁਛ ਚੀਜ਼ਾਂ ਨੂੰ ਪ੍ਰਗਟ ਕਰਨ ਵਾਸਤੇ ਅੱਖਰੀ ਗਿਆਨ ਦੇ ਰਾਹੀਂ ਸਾਨੂੰ ਗੁਰਮਤਿ ਸਿਧਾਂਤ ਗੁਰੂ ਪਿਤਾ ਜੀ ਨੇ ਦ੍ਰਿੜ ਕਰਾਏ।
ਭਾਵੇਂ ਅਸੀਂ ਦੇਖਦੇ ਹਾਂ ਕਿ ਇਹਨਾਂ ਦੋਨੇ 52 ਅੱਖਰੀਆਂ ਬਾਣੀਆਂ ਦੇ ਅੰਦਰ ਸੰਸਕ੍ਰਿਤ ਵਾਲੇ 52 ਅੱਖਰ, ਉਹਨਾਂ ਸਾਰੇ ਅੱਖਰਾਂ ਤੋਂ ਉਪਦੇਸ਼ ਨਹੀਂ ਹੈ, ਕਿਉਂਕਿ ਸਾਡੀ ਜਿਹੜੀ ਗੁਰਮੁਖੀ ਲਿਪੀ ਹੈ ਉਹਦੇ ਵਿੱਚ 35 ਅੱਖਰ ਹਨ। ਜਿਹੜੇ ਸੰਸਕ੍ਰਿਤ ਦੇ 52 ਅੱਖਰ ਗੁਰਮੁਖੀ ਲਿਪੀ ਵਿੱਚ ਚੇਂਜ ਹੋ ਸਕਦੇ ਸਨ, ਰੂਪਾਂਤਰ ਹੋ ਸਕਦੇ ਸਨ, ਉਹਨਾਂ ਤੋਂ ਗੁਰੂ ਸਾਹਿਬ ਜੀ ਨੇ ਫਿਰ ਉਪਦੇਸ਼ ਦਿੱਤਾ ਹੈ। ਇਹਨੂੰ ਕਹਿੰਦੇ ਨੇ ਕਿ ਇੱਕ ਭਾਸ਼ਾ ਦਾ ਦੂਜੀ ਭਾਸ਼ਾ ਦੇ ਵਿੱਚ ਬਦਲਾਓ ਜਿਨ੍ਹਾਂ ਅੱਖਰਾਂ ਦਾ ਹੋ ਸਕਦਾ ਹੈ, ਉਹਨਾਂ ਵਿੱਚ ਗੁਰੂ ਸਾਹਿਬ ਨੇ ਫਿਰ ਸਾਨੂੰ ਇਹ ਉਪਦੇਸ਼ ਜਿਹੜਾ ਉਹ ਦ੍ਰਿੜ ਕਰਾਇਆ ਹੈ। ਇਸ ਬਾਣੀ ਦੇ ਵਿੱਚ ਜਦੋਂ ਅਸੀਂ ਇਸ ਬਾਣੀ ਦੇ ਦਰਸ਼ਨ ਕਰਦੇ ਹਾਂ, ਦੀਦਾਰ ਕਰਦੇ ਹਾਂ, ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਹੈ। 250 ਅੰਗ ਤੋਂ ਇਹ ਬਾਣੀ ਦੀ ਆਰੰਭਤਾ ਹੁੰਦੀ ਹੈ ਅਤੇ 262 ਅੰਗ ਤੱਕ 12 ਅੰਕਾਂ ਦੇ ਅੰਦਰ ਇਹ ਬਾਣੀ ਹੈ। 262 ਤੋਂ ਫਿਰ ਸੁਖਮਨੀ ਸਾਹਿਬ ਆਰੰਭ ਹੋ ਜਾਂਦਾ ਹੈ ਇਸ ਬਾਣੀ ਦੀ ਸਮਾਪਤੀ ਤੋਂ ਬਾਅਦ। ਕੁਝ ਚੀਜ਼ਾਂ ਸਿੱਖਣ ਵਾਲੀਆਂ ਹਨ, ਜਿਵੇਂ ਕਿ ਇਸ ਬਾਣੀ ਦੇ ਵਿੱਚ ਅਸੀਂ ਦੇਖਦੇ ਹਾਂ, ਜੋ ਇਹ ਬਾਣੀ ਸਾਡੇ ਹੱਥ ਵਿੱਚ ਹੈ, ਇਸ ਦੀ ਜਿਹੜੀ ਵੱਡੀ ਅਤੇ ਮਹਾਨ ਖੂਬੀ ਹੈ, ਗੁਰੂ ਸਾਹਿਬ ਜੀ ਨੇ ਇਸ ਦੇ ਅੰਦਰ ਜੋ ਕੁਝ ਸਾਨੂੰ ਸਮਝਾਇਆ ਹੈ ਉਹ ਸਾਨੂੰ 55 ਪਦਿਆਂ ਦੇ ਅੰਦਰ ਹੀ ਗੁਰੂ ਸਾਹਿਬ ਨੇ ਸਮਝਾਇਆ ਹੈ। ਭਾਵ ਕਿ 55 ਪਦੇ ਹਨ, ਉਹ ਪਦੇ ਪੌੜੀਆਂ ਦੇ ਰੂਪ ਵਿੱਚ ਹਨ। ਇਹ ਕਹਿ ਲਈਏ ਕਿ ਇਸ ਬਾਣੀ ਦੀ 55 ਪੌੜੀਆਂ ਹਨ ਅਤੇ ਇਸ ਬਾਣੀ ਵਿੱਚ 2 ਸ਼ਲੋਕ ਹਨ, ਸ਼ੁਰੂਆਤ ਦੇ ਵਿੱਚ ਅਤੇ ਆਖਿਰ ਦੇ ਅੰਦਰ। ਭਾਵੇਂ ਉਹ ਪਹਿਲਾ ਹੀ ਸ਼ਲੋਕ ਆਖਿਰ ਦੇ ਵਿੱਚ ਦਰਜ ਕੀਤਾ ਗਿਆ ਹੈ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ ਹਨ, ਉਹਦੇ ਵਿੱਚ ਵੀ 2 ਸ਼ਲੋਕ ਹਨ, ਪਹਿਲਾਂ ਆਦਿ ਪੂਰਨ ਮੱਧ ਪੂਰਨ ਵਾਲਾ ਅਤੇ ਲਾਸਟ ਪਵਨ ਗੁਰੂ ਪਾਣੀ ਪਿਤਾ ਵਾਲਾ। ਪਰ ਇਸ ਬਾਣੀ ਦੇ ਜੋ ਸ਼ਲੋਕ ਹੈ ਉਹ ਅੱਗੇ ਪਿੱਛੇ ਇੱਕੋ ਹੀ ਦਰਜ ਕੀਤਾ ਗਿਆ। ਸੋ ਆਓ ਅੱਜ ਇਸ ਬਾਣੀ ਦੇ ਬਾਰੇ ਥੋੜ੍ਹਾ ਵਿਚਾਰ ਕਰਕੇ ਆਰੰਭਤਾ ਕਰੀਏ, ਤਾਂ ਕਿ ਅਸੀਂ ਇਸ ਬਾਣੀ ਦੇ ਰਾਹੀਂ ਆਤਮਿਕ ਜੀਵਨ ਦੀ ਸੋਝੀ ਜਿਹੜੀ ਹੈ ਉਹ ਪ੍ਰਾਪਤ ਕਰ ਲਈਏ। ਜਦੋਂ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਬਾਣੀਆਂ ਨੇ ਜਿਨ੍ਹਾਂ ਦੇ ਅੰਦਰ ਪੌੜੀਆਂ ਆਈਆਂ ਹਨ, ਜਿਵੇਂ ਆਨੰਦ ਸਾਹਿਬ ਦੇ ਵਿੱਚ 40 ਪੌੜੀਆਂ ਹਨ, ਜਪਜੀ ਸਾਹਿਬ ਦੇ ਵਿੱਚ 38 ਪੌੜੀਆਂ ਹਨ, ਜਿਵੇਂ 12 ਮਹਾਬਾਣੀ ਦੇ ਅੰਦਰ ਇੱਕ ਦੇ ਅੰਦਰ 17 ਪੌੜੀਆਂ ਹਨ ਤੁਖਾਰੀ ਰਾਗ ਦੇ ਵਿੱਚ, ਅਤੇ ਜਦੋਂ ਅਸੀਂ ਮਾਝ ਰਾਗ ਦੇ ਵਿੱਚ ਉੱਥੇ 14 ਪੌੜੀਆਂ ਹਨ। ਜਿਵੇਂ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਾਂਗੇ, ਵਿਚਾਰਾਂਗੇ, ਸਮਝਾਂਗੇ, ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ, ਢੰਗ, ਤਰੀਕਾ, ਜੁਗਤ ਜਿਹੜੀ ਉਹ ਸਮਝ ਵਿੱਚ ਆਏਗੀ ਵੀ ਗੁਰੂ ਸਾਹਿਬ ਨੇ ਕਿਸ ਢੰਗ ਤਰੀਕੇ ਨਾਲ ਇਹ ਬਾਣੀਆਂ ਉਚਾਰਨ ਕੀਤੀਆਂ ਹਨ। ਸੋ ਜਿਤਨੀਆਂ ਵੀ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਜਾਂ ਘਰਾਂ ਵਿੱਚ ਬੈਠ ਕੇ ਇਹ ਪ੍ਰੋਗਰਾਮ ਸਰਵਣ ਕਰ ਰਹੀਆਂ ਹਨ, ਸਾਰੀਆਂ ਸੰਗਤਾਂ ਭਾਗਾਂ ਵਾਲੀਆਂ ਹਨ। ਪਹਿਲਾਂ ਆਪਾਂ ਸ਼ਲੋਕ ਦਾ ਪਹਿਲੀ ਪੌੜੀ ਅਤੇ ਉਸ ਦੇ ਨਾਲ ਜੋ ਰਾਹੋ ਦਾ ਪਦਾ ਹੈ ਉਸਦੀ ਵਿਚਾਰ ਕਰਾਂਗੇ, ਕਿਉਂਕਿ ਜਿਵੇਂ ਪੱਟੀ ਲਿਖੀ ਬਾਣੀ ਵਿੱਚ ਦੋਨਾਂ ਬਾਣੀਆਂ 'ਚ ਰਾਹੋ ਸੀ, ਇਸ ਬਾਣੀ ਦੇ ਅੰਦਰ ਵੀ ਰਾਹੋ ਹੈ। ਜਿਵੇਂ ਸੁਖਮਨੀ ਸਾਹਿਬ ਦੇ ਅੰਦਰ ਵੀ ਰਾਹੋ ਦਾ ਪਦਾ ਦਰਜ ਹੈ। ਲੰਬੇਰੀਆਂ ਜਿਹੜੀਆਂ ਬਾਣੀਆਂ ਹਨ, ਜਿਵੇਂ ਸਿੱਧ ਗੋਸ਼ਟ, ਉਸ ਦੇ ਵਿੱਚ ਵੀ ਰਾਹੋ ਹੈ। ਦੱਖਣੀ ਓਂਕਾਰ ਬਾਣੀ, ਉਸ ਦੇ ਵਿੱਚ ਵੀ ਰਾਹੋ ਦਰਜ ਹੈ। ਅਸਲ 'ਚ ਰਾਹੋ ਦਾ ਅਰਥ ਹੁੰਦਾ ਰੁਕਣਾ। ਰਾਹੋ ਗੁਰਬਾਣੀ ਵਿੱਚ ਜਿਸ ਸ਼ਬਦ ਨਾਲ ਜੁੜਿਆ ਹੈ ਉਹ ਇਸ ਤਰ੍ਹਾਂ ਸਮਝੋ ਜਿਵੇਂ ਇੱਕ ਫੁੱਲ ਹੈ, ਫੁੱਲ ਦੇ ਅੰਦਰ ਜਿਹੜੀ ਮਕਰੰਦ ਹੁੰਦੀ ਹੈ, ਉਸ ਮਕਰੰਦ ਵਿੱਚੋਂ ਹੀ ਜਿਹੜੀਆਂ ਖੰਬੜੀਆਂ ਹਨ, ਫੁੱਲ ਦੀਆਂ ਜਿਹੜੇ ਵੱਖਰੇ ਪੱਤੇ ਹਨ, ਉਹ ਸਭ ਉਸਦੇ ਵਿੱਚੋਂ ਹੀ ਰਸ ਲੈ ਰਹੇ ਹੁੰਦੇ ਹਨ। ਇਸ ਕਰਕੇ ਕਦੀ ਵੀ ਤੁਸੀਂ ਦੇਖੋਗੇ ਭੰਵਰਾ ਹਮੇਸ਼ਾ ਮਕਰੰਦ 'ਤੇ ਜਾ ਕੇ ਬਹਿੰਦਾ ਹੈ, ਮੱਖੀਆਂ ਹਮੇਸ਼ਾ ਮਕਰੰਦ 'ਤੇ ਬਹਿੰਦੀਆਂ, ਕਿਉਂਕਿ ਮਕਰੰਦ ਵਿੱਚ ਹੀ ਸਾਰਾ ਰਸ ਹੁੰਦਾ ਹੈ, ਉਹਦੇ ਵਿੱਚ ਹੀ ਸੁਗੰਧੀ ਹੁੰਦੀ ਹੈ, ਉਸਦੇ ਵਿੱਚ ਹੀ ਖੁਰਾਕ ਹੁੰਦੀ ਹੈ। ਇਸ ਤਰ੍ਹਾਂ ਹੀ ਰਾਹੋ ਦਾ ਪੌਦਾ ਜਿੱਥੇ ਵੀ ਹੈ ਉਸ ਦਾ ਮਕਰੰਦ ਹੈ, ਕੇਂਦਰੀ ਭਾਵ ਹੈ, ਉਹਦੇ ਵਿੱਚੋਂ ਰਸ ਹੈ, ਉਹਦੇ ਵਿੱਚੋਂ ਹੀ ਸਾਰੀ ਗੱਲਬਾਤ ਜਿਹੜੀ ਹੈ ਸਾਰੀ ਬਾਣੀ ਦੀ ਸਾਨੂੰ
ਪਤਾ ਚੱਲਦੀ ਹੈ। ਮੈਂ ਇਹ ਗੱਲਾਂ ਇਸ ਕਰਕੇ ਕਰ ਰਿਹਾ ਹਾਂ ਕਿ ਤਾਂ ਕਿ ਸਾਨੂੰ ਇਹ ਵੀ ਸਮਝ ਆਵੇ ਕਿ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਤਤ ਸਾਰ ਜਿਹੜਾ ਉਹ ਕੀ ਹੁੰਦਾ ਹੈ, ਕਿਵੇਂ ਉਸ ਦੀ ਵਿਆਖਿਆ ਹੁੰਦੀ ਹੈ, ਸਾਨੂੰ ਪਤਾ ਚੱਲ ਸਕੇ ਕਿ ਅਸੀਂ ਗੁਰਮਤਿ ਦੇ ਇਹਨਾਂ ਸਿਧਾਂਤਾਂ ਤੱਕ ਕਿਵੇਂ ਪਹੁੰਚਣਾ ਹੈ। ਸੋ ਆਓ ਪਹਿਲਾਂ, ਕਿਉਂਕਿ ਅੱਜ ਇਤਨਾ ਸਮਾਂ ਆਪਣੇ ਕੋਲ ਨਹੀਂ ਹੋਏਗਾ ਕਿ ਆਪਾਂ ਜੋ ਪੜ੍ਹਾਂਗੇ ਉਹਦੀ ਵਿਚਾਰ ਕਰ ਸਕੀਏ, ਇਸ ਕਰਕੇ ਪਹਿਲਾਂ ਪਾਠ ਕਰ ਲੈਂਦੇ ਹਾਂ ਔਰ ਉਸ ਤੋਂ ਉਪਰੰਤ ਅੱਜ ਦੀ ਇਸ ਬਾਣੀ ਦੇ ਰਾਹੋ ਦੇ ਪਦੇ ਦੀ ਵਿਚਾਰ ਕੇਵਲ ਸਾਂਝੀ ਕਰਾਂਗੇ। ਪਰ ਉਸ ਤੋਂ ਪਹਿਲਾਂ ਕਿਉਂਕਿ ਸ਼ਲੋਕ ਦਰਜ ਹੈ, ਰਾਹੋ ਦੇ ਪਦੇ ਤੋਂ ਪਹਿਲਾਂ ਇੱਕ ਪੌੜੀ ਅਤੇ ਸ਼ਲੋਕ ਦਰਜ ਹਨ, ਇਸ ਕਰਕੇ ਸਾਨੂੰ ਪਹਿਲਾਂ ਉਹ ਵੀ ਪਾਠ ਕਰਨਾ ਪਏਗਾ, ਤਾਂ ਅਸੀਂ ਕੇਂਦਰੀ ਭਾਵ ਦੀ ਵਿਚਾਰ ਤੱਕ ਪਹੁੰਚਾਂਗੇ। ਸੋ ਜਿਤਨੀਆਂ ਵੀ ਸੰਗਤਾਂ ਹਨ ਸਾਰਿਆਂ ਨੂੰ ਬੇਨਤੀ ਹੈ, ਮਨੋਬਿਰਤੀਆਂ ਇਕਾਗਰ ਕਰੋ, ਸਾਵਧਾਨ ਹੋਵੋ, ਕਿਉਂਕਿ ਇਹ ਗੁਰੂ ਦਾ ਸਾਡੇ ਵਾਸਤੇ ਉਪਦੇਸ਼ ਹੈ। ਜਿਨ੍ਹਾਂ ਨੇ ਰੂਹਾਨੀ ਪੈਂਡੇ 'ਤੇ ਤੁਰਨਾ ਹੈ, ਪਰਮਾਤਮਾ ਦੀ ਉਸਤਤ ਨਾਲ ਜੁੜਨਾ ਹੈ, ਉਸ ਨੂੰ ਗੁਰੂ ਨੇ ਸਪਸ਼ਟ ਕਹਿ ਦਿੱਤਾ, ਪ੍ਰਭੂ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨੀ ਅਤੇ ਚਿੱਤ ਦਾ ਇਕਾਗਰ ਹੋਣਾ, ਕਿਉਂਕਿ ਜੇ ਸਾਵਧਾਨੀ ਨਹੀਂ ਹੈ ਤਾਂ ਸੁਰਤ ਕਿਤੇ ਵੀ ਟੁੱਟ ਸਕਦੀ ਹੈ। ਜਿਵੇਂ ਬੰਦਾ ਸਾਵਧਾਨ ਨਾ ਹੋਵੇ ਨਾ, ਸਾਈਕਲ 'ਤੇ ਤੁਰਿਆ ਜਾ ਰਿਹਾ ਅਤੇ ਕਿਤੇ ਵੀ ਟਕਰਾ ਸਕਦੀ, ਜਾ ਕੇ ਗੱਡੀ 'ਤੇ ਤੁਰਿਆ ਜਾ ਰਿਹਾ ਕਿਤੇ ਵੀ, ਕਿਉਂਕਿ ਸਾਵਧਾਨ ਨਹੀਂ ਹੈ। ਸਾਵਧਾਨ ਹੋਣਾ, ਕਿਉਂਕਿ ਸਾਵਧਾਨੀ ਨਾਲ ਕੀ ਹੁੰਦਾ ਹੈ ਕਿ ਉਸ ਨੂੰ ਗੱਡੀ ਦੀ ਰੇਸ, ਸਟੀਅਰਿੰਗ ਦਾ ਅਤੇ ਕਲਚ ਦਾ ਪਤਾ ਲੱਗਦਾ ਹੈ। ਅਤੇ ਜਿਹੜੀ ਸੁਰਤ ਨਾਲ ਹੈ, ਉਹ ਸੁਰਤ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰਦਾ ਹੈ। ਪਰ ਜੇ ਕਿਤੇ ਬੰਦੇ ਦਾ ਸਟੀਅਰਿੰਗ 'ਤੇ ਪੈਰ, ਹੱਥ ਵੀ ਹੈ ਔਰ ਪੈਰ ਕਲਚ 'ਤੇ ਬ੍ਰੇਕਾਂ 'ਤੇ ਹੈ, ਪਰ ਉਹਦੀ ਸੁਰਤ ਕਿਤੇ ਹੋਰ ਚਲੇ ਜਾਏ ਤਾਂ ਵੀ ਕਈ ਵਾਰੀ ਗੱਡੀ ਵੱਜ ਜਾਂਦੀ ਹੈ। ਇਸ ਕਰਕੇ ਦੋਨਾਂ ਦਾ ਉੱਥੇ ਹੋਣਾ ਬੜਾ ਜ਼ਰੂਰੀ ਹੈ। ਇਸ ਕਰਕੇ ਮੈਂ ਤਾਂ ਬੇਨਤੀ ਕਰ ਰਿਹਾ ਵੀ ਆਪਾਂ ਇਤਨੀ ਸਾਵਧਾਨੀ ਨਾਲ ਤੁਰੀਏ ਤਾਂ ਕਿ ਜੋ ਤੱਤ ਹੈ ਉਹ ਕਿਤੇ ਉਸ ਤੋਂ ਵਾਂਝੇ ਨਾ ਰਹਿ ਜਾਈਏ। ਸੋ ਸਾਰੀ ਸੰਗਤਾਂ ਨੇ ਅਸੀਸਾਂ ਦੇਣੀਆਂ। ਆਓ ਪਿਆਰ ਨਾਲ ਅੱਜ ਦੀ ਇਸ ਬਾਣੀ ਦੇ ਵਿਚਾਰ ਆਰੰਭ ਕਰਦੇ ਹਾਂ। ਗੁਰੂ ਸਾਹਿਬ ਸਾਈ ਹੋਣ, ਜੋ ਅਸੀਂ ਵਿਚਾਰਦੇ ਹਾਂ ਜਾਂ ਜੋ ਸਤਿਗੁਰੂ ਜੀ ਸਾਡੇ ਕੋਲੋਂ ਕਵਾਉਂਦੇ ਹਨ, ਉਹ ਆਪ ਹੀ ਸਤਿਗੁਰੂ ਕਮਾਉਣ ਦੀ ਸਮਰੱਥਾ ਬਖਸ਼ਣ, ਤਾਂ ਕਿ ਜੋ ਵਿਚਾਰ ਰਹੇ ਹਾਂ ਉਹ ਜੀਵਨ ਦਾ ਆਧਾਰ, ਸਾਡੀ ਜ਼ਿੰਦਗੀ ਦਾ, ਰੋਜ਼ਮर्रा ਦੀ ਜ਼ਿੰਦਗੀ ਦਾ ਹਿੱਸਾ ਬਣ ਜਾਏ। ਉੱਠਦਿਆਂ ਬਹਿੰਦਿਆਂ ਸੰਸਾਰ 'ਚ ਵਿਚਰਦਿਆਂ ਗੁਰਬਾਣੀ ਦੀ ਵਿਚਾਰਧਾਰਾ ਸਾਡੇ ਆਲੇ ਦੁਆਲੇ ਉਹ ਸਾਨੂੰ ਵਾਰ-ਵਾਰ ਝੰਜੋੜਦੀ ਰਹੇ, ਵਾਰ-ਵਾਰ ਸਾਨੂੰ ਰਸਤਾ ਦਿਖਾਉਂਦੀ ਰਹੇ। ਜਿੱਥੇ ਅਸੀਂ ਗਲਤ ਹੋਈਏ ਉਹ ਵਿਚਾਰ ਸਾਡੇ ਉੱਤੇ ਉੱਥੇ ਹੀ ਅਸਰ ਕਰੇ। ਇਹ ਤਾਂ ਹੋਏਗਾ ਜਦੋਂ ਆਪਾਂ ਬਾਣੀ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਵਾਰ-ਵਾਰ ਮਨਨ ਕਰਾਂਗੇ। ਸੋ ਇਤਨੀਆਂ ਬੇਨਤੀਆਂ ਆਓ ਪਹਿਲਾਂ ਵਿਚਾਰ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਹੁਣ ਪਹਿਲਾਂ ਪਾਠ ਕਰਾਂਗੇ। ਸੰਗਤੀ ਰੂਪ ਵਿੱਚ ਸਾਰਿਆਂ ਨੇ ਉੱਚੀ ਆਵਾਜ਼ 'ਚ ਪਾਠ ਕਰਨ ਦੀ ਕਿਰਪਾਲਤਾ ਕਰਨੀ, ਉਪਰੰਤ ਵਿਚਾਰ ਦੇ ਨਾਲ ਜੁੜਾਂਗੇ। ਫਤਿਹ ਦੀ ਸਾਂਝ ਕਰੋ ਪਿਆਰ ਨਾਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੋੜੀ 52 ਅੱਖਰੀ, ਕਿਉਂਕਿ ਗੋੜੀ ਰਾਗ ਦਾ ਨਾਮ ਹੈ, ਇਸ ਕਰਕੇ ਇਹਨੂੰ ਵੱਖਰਾ ਰੱਖਾਂਗੇ। ਗੋੜੀ 52 ਅੱਖਰੀ, ਮਹਿਲਾ ਪੰਜਵਾਂ। ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਿਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ,
ਗੁਰ ਗਿਆਨ ਮਜਨ ਅਪਰੰਪਰਾ। ਗੁਰਦੇਵ ਕਰਤਾ ਸਭ ਪਾਪ ਹਰਤਾ। ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਆਦ ਜੁਗਾਦ ਜੁਗ ਜੁਗ। ਗੁਰਦੇਵ ਮੰਤ ਹਰ ਜਪ ਉਧਰਾ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ। ਹਮ ਮੂੜ ਪਾਪੀ ਜਿਤ ਲਗ ਤਰਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ। ਗੁਰਦੇਵ ਨਾਨਕ ਹਰ ਨਮਸਕਾਰਾ। ਸ਼ਲੋਕ ਆਪੇ ਕੀਆ ਕਰਾਇਆ। ਆਪੇ ਕਰਨੈ ਜੋਗ। ਨਾਨਕ ਏਕੋ ਰਵ ਰਿਹਾ। ਦੂਸਰ ਹੋਆ ਨਾ ਹੋਗ। ਪੌੜੀ ਓੰਗ ਸਾਧ ਸਤਿਗੁਰ ਨਮਸਕਾਰੰ। ਆਦ ਮਧ ਅੰਤ ਨਿਰੰਕਾਰੰ। ਆਪੇ ਸੁਨ ਆਪੇ ਸੁਖ ਆਸਨ। ਆਪੇ ਸੁਨਤ ਆਪ ਹੀ ਜਾਸਨ। ਆਪਨ ਆਪ ਆਪੇ ਉਪਾਇਓ। ਆਪੇ ਬਾਪ ਆਪ ਹੀ ਮਾਇਓ। ਆਪੇ ਸੂਖਮ ਆਪੇ ਅਸਥੂਲਾ। ਲਖੀ ਨ ਜਾਈ ਨਾਨਕ ਲੀਲਾ। ਕਰ ਕਿਰਪਾ ਪ੍ਰਭ ਦੀਨ ਦਿਆਲਾ। ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਕਰ ਕਿਰਪਾ ਪ੍ਰਭ ਦੀਨ ਦਿਆਲਾ। ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਬਾਣੀ ਦਾ ਕੇਂਦਰੀ ਭਾਵ ਹੈ, ਇਹ ਉਸ ਫੁੱਲ ਦੇ ਅੰਦਰ ਜੋ ਮਕਰੰਦ ਹੈ, ਜੋ ਭਵਰੇ ਆ ਕੇ ਲੈਂਦੇ ਹਨ, ਇਹ ਉਹ ਮਕਰੰਦ ਰੂਪ ਵਿੱਚ ਹੈ। ਜਦੋਂ ਗੁਰਦੇਵ ਜੀ ਆਖ ਰਹੇ ਨੇ ਕਰ ਕਿਰਪਾ ਪ੍ਰਭ ਦੀਨ ਦਿਆਲਾ। ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਰਹਾਓ। ਦੀਨ ਦਾ ਅਰਥ ਹੁੰਦਾ ਗਰੀਬ। ਦੀਨ ਦਾ ਅਰਥ ਹੁੰਦਾ ਆਜਿਜ਼, ਮੰਗਤਾ, ਦੁਖਿਆਰਾ, ਲੋੜਵੰਦ। ਬਹੁਤ ਸਾਰੇ ਅਰਥ ਵਿਦਵਾਨਾਂ ਨੇ ਕੀਤੇ ਨੇ ਦੀਨ ਦੇ। ਜਿਵੇਂ ਜਿਵੇਂ ਆਪਾਂ ਬਾਣੀ ਨੂੰ ਕਹਿਣ ਵਿਚਾਰਦੇ ਹਾਂ, ਸਾਨੂੰ ਸਮਝ ਲੱਗਦੀ ਹੈ ਕਿ ਗੁਰੂ ਸਾਹਿਬ ਜੀ ਨੇ ਬੜੀ ਨਿਮਰਤਾ ਭਾਵ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਔਰ ਬੇਨਤੀ ਕਰਨ ਦਾ ਢੰਗ ਵੀ ਇਹੀ ਹੈ, ਜਦੋਂ ਤੱਕ ਸਾਡਾ ਮਨ ਪੂਰਨ ਤੌਰ ਤੋਂ ਇਹ ਖਿਆਲ ਮਨ ਵਿੱਚ ਨਹੀਂ ਧਾਰਨ ਕਰ ਲੈਂਦਾ ਕਿ ਮੈਂ ਦੀਨ ਹਾਂ, ਗਰੀਬ ਹਾਂ, ਮੰਗਤਾ ਹਾਂ, ਆਜਿਜ਼ ਹਾਂ, ਲੋੜਵੰਦ ਹਾਂ, ਮੇਰਾ ਹੋਰ ਕੋਈ ਆਸਰਾ ਨਹੀਂ, ਮੇਰਾ ਆਸਰਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਇੱਕ ਰੱਬ ਜੀ ਕੋਲੋਂ ਮੰਗਣ ਦਾ ਢੰਗ ਹੈ। ਔਰ ਰੱਬ ਜੀ ਇਸ ਅਵਸਥਾ ਵਾਲੇ ਬੰਦੇ ਨੂੰ ਸਭ ਤੋਂ ਛੇਤੀ ਕੋਈ ਦਾਤ ਬਖਸ਼ਿਸ਼ ਕਰਦਾ ਹੈ। ਜਦੋਂ ਕੋਈ ਪੂਰਨ ਤੌਰ ਤੋਂ ਸਾਰੇ ਆਸਰੇ ਛੱਡ ਕੇ ਮਹਾਰਾਜ ਨੂੰ ਆਖੇ ਵੀ ਮੈਂ ਬੜਾ ਗਰੀਬ ਹਾਂ ਅਤੇ ਤੁਸੀਂ ਮੇਰੇ ਉੱਤੇ ਕਿਰਪਾ ਕਰੋ। ਅਸਲ ਵਿੱਚ ਇਹ ਦੀਨਤਾ, ਇਹ ਗਰੀਬੀ ਦਾ ਅਰਥ ਹੈ ਕਿ ਜਦੋਂ ਅਸੀਂ
सगल द्वार को छाड़ के गेहो, तुहारो द्वार बाहाँ कहे कि लाजस गोबिंद दास द्वार। आओ कि होर सारे द्वार छड़ के और कहना सच्चे पातशाह मैं हुण तेरे द्वार ते आया। इसका अर्थ की है? क्योंकि जिहड़ा बाणी विच अलंकार वरते गए ने, बाणी दे विच समझाउण वास्ते ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀ ਚੀਜ਼ਾਂ ਦੀ ਉਦਾਹਰਨਾਂ ਦੇ ਕੇ ਸਾਨੂੰ ਸੂਝ ਤੇ ਸਮਝ ਬਖਸ਼ੀ ਗਈ। ਜਦੋਂ ਆਪਾਂ ਕਹਿੰਦੇ ਕਿ ਮੈਂ ਹੁਣ ਦੀਨ ਆ, ਦੀਨ ਦਾ ਅਰਥ ਹੈ ਗਰੀਬ, ਜਿਸ ਦੀ ਕੋਈ ਬਾਂਹ ਨਾ ਫੜਦਾ ਹੋਵੇ, ਜਿਹਨੂੰ ਕੋਈ ਆਸਰਾ ਨਾ ਦਿੰਦਾ ਹੋਵੇ, ਜਿਹਦਾ ਕੋਈ ਸਹਾਰਾ ਨਾ ਹੋਵੇ। ਅਸਲ 'ਚ ਉਹ ਦੀਨ ਹੁੰਦਾ। ਜਿਸ ਨੇ ਪਹਿਲਾਂ ਹੀ ਬਹੁਤ ਸਾਰੇ ਆਸਰੇ ਲਏ ਹੋਏ ਨੇ, ਉਹ ਦੀਨ ਨਹੀਂ ਹੈ। हाँ कही जाएगा अखरां विचों महाराज मैं दीन हाँ, गरीब हाँ, ਉਹਦੇ ਉੱਤੇ ਗੁਰੂ ਟੁੱਟੇਗਾ ਵੀ ਨਹੀਂ। ਜਦੋਂ ਤੱਕ ਮੰਗਣ ਲੱਗਿਆ ਤੁਹਾਡੀ ਅੱਖਾਂ ਵਿੱਚੋਂ ਨੀਰ ਨਹੀਂ ਆ ਜਾਂਦਾ। ਨੀਰ ਕਦੋਂ ਆਉਂਦਾ? ਜਦੋਂ ਅਸੀਂ ਬਹੁਤ ਦੁਖੀ ਹੁੰਦੇ ਹਾਂ, ਜਦੋਂ ਲੱਗਦਾ ਵੀ ਸਾਰੇ ਦਰਵਾਜ਼ੇ ਬੰਦ ਹੋ ਗਏ ਹਨ, ਹੁਣ ਕੋਈ ਦਰਵਾਜ਼ਾ ਖੁੱਲ੍ਹਾ ਨਹੀਂ ਰਿਹਾ। ਉਸ ਅਵਸਥਾ ਵਿੱਚ ਜਾ ਕੇ ਫਿਰ ਅੰਦਰੋਂ ਅਰਦਾਸ ਨਿਕਲਦੀ ਹੈ, ਬੇਨਤੀ ਤੇ ਅੰਦਰੋਂ ਤਰਲਾ ਲੈਂਦਾ ਪਰਮਾਤਮਾ ਦੇ ਚਰਨਾਂ, ਸੱਚੇ ਪਾਤਸ਼ਾਹ ਮੈਂ ਸਾਰਾ ਸੰਸਾਰ ਦੇਖ ਲਿਆ, ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ। ਸਾਰਾ ਜਗਤ ਫਿਰ ਕੇ ਵੇਖ ਲਿਆ, ਇਸ ਸਾਰੇ ਜਗਤ ਵਿੱਚ ਕੇਵਲ ਤੂੰ ਇੱਕੋ ਦਾਤਾ ਹੈ। ਸਾਰੇ ਜਗਤ ਵਿੱਚ ਸਾਰਾ ਜਗਤ ਫਿਰ ਕੇ ਦੇਖ ਲਿਆ ਤੇ ਹੁਣ ਸਾਰੇ ਜਗਤ ਕੋਲੋਂ ਮੰਗ ਕੇ ਵੀ ਦੇਖ ਲਿਆ, ਪਰ ਮੈਂ ਗਰੀਬ ਦੀ, ਮੈਂ ਨਿਮਾਣੇ ਦੀ ਕਿਸੇ ਨੇ ਬਾਂਹ ਨਹੀਂ ਫੜੀ, ਕਿਸੇ ਨੇ ਮੇਰੇ ਉੱਤੇ ਤਰਸ ਨਹੀਂ ਕੀਤਾ। ਇੱਕ ਵਿਦਵਾਨ ਕਹਿੰਦਾ ਕਿ ਜਦੋਂ ਤੁਸੀਂ ਇਸ ਅਵਸਥਾ ਵਿੱਚ ਜਾ ਕੇ ਅਰਦਾਸ ਕਰਦੇ ਹੋ, क्योंकि सियाने कहते खुदा मंजूर करता है दुआ जब दिल से होती है, मुश्किल तो ये है बड़ी मुश्किल से होती है। खुदा साड़ी अरदास नूं, बेनती नूं कबूल करदा है, पर जदों दिल तो होवे ते साडा दिल, साडा मन, साडा अंदरला उदों जुड़िया हुंदा जदों असीं सारे बूए देख लैंदे बंद हो गए, हुण कोई आसरा नहीं रहा, फिर असीं दिलों अरदास करदे हां। उस तो पहले दिलों अरदास नहीं होंदी। इदां लंदा भी कोई होर थां ते देख लांगे, इत्थे गल नहीं बनी, किते होर अरदास कर लांगे। जितना चिर सिख इस भावना नाल गुरुद्वारे आ रहा है, ये सच्चे पातशाह मेरा दर, मेरा घर, मेरा मालक, मेरा सब कुछ तू ही है, जिसने इस तरह अपने आप नूं गुरु दे हवाले किया कि तू मेरा पिता, तू मेरा माता, तू मेरा बंधव, तू मेरा भराता, तू मेरा राखा, सबनी थाई तां वो कहा काड़ा जियो। जदों इतने निमरता विच कहा कि मेरे सारे रिश्ते तेरे नाल ने, मैं सारे रिश्ते संसार दे देख ले ते हुण रिश्ता तेरे नाल जोड़िया है ते मैं बड़ा दीन हाँ, बड़ा निमाणा हाँ, हुण तू मेरी बांह फड़, मेरे उत्ते किरपा कर। क्योंकि महाराज कह रहे ने कर किरपा प्रभु दीन दयाला, हे दीना दे उत्ते दया करन वाले प्रभु, सुनिया तू दीना ते दया करदा है, इस करके मैं भी तेरी शरण विच दीन बन के आया हाँ। जब तक दीन बन के नहीं आवांगे उदों तक खेड़ जीवन दी नहीं बनेगी। और यही गल है कि जदों आपां संसार विच विचरदे हाँ, रूहानी जीवन सानू क्यों नहीं हासिल हुंदा, उसदा कारण भी इक्को ही है कि असी अपने रूहानी जीवन तो जाणू नहीं हुंदे कि असी अंदरों कितने कंगाल हाँ। जिस दिन पूर्ण तौर तो अंदर दी कंगालता नज़र ना आ जाए, उन्ना चिर अंदर दे सरमाए वास्ते अरदास भी नहीं हो सकती। क्योंकि बाहर दा धन सानू अंदर दी कंगालता देखण नहीं दिंदा, वो अपने विच रुझा के रखता है, फसा के रखता है। असीं सोचते हैं चलो गुजारा चल रहा, सारा कुछ हैगा, कि हुण बाकी दी तां लोड़ नहीं। मस्किन साहब एक गल कहते सन कि बहुता धन कमा लैण दा एक लाभ है कि बंदे नूं अपने अंदर दी गरीबी नज़र आण लग पैंदी है। अंदर दी गरीबी। बहुता ज्ञान हासिल कर लैण दा एक लाभ है कि बंदे नूं अपने अंदर दी अज्ञानता नज़र आण लग पैंदी, अपने अंदर देखण लग पैंदा तू अंदरों तां अज्ञानी है। बहुते ज्ञान हासिल करन दा एक लाभ है कि अंदर दी अज्ञानता दी समझ, तू तां अंदरों अज्ञानी है।
ਜਿਹੜਾ ਬੰਦਾ ਗਿਆਨ ਹਾਸਲ ਨਹੀਂ ਕਰਦਾ ਉਹਨੂੰ ਆਪਣੇ ਅੰਦਰ ਦੀ ਅਗਿਆਨਤਾ ਨਜ਼ਰ ਨਹੀਂ ਆਉਂਦੀ ਕਦੀ ਵੀ। ਪਰ ਜਦੋਂ ਅਸੀਂ ਗਿਆਨ ਹਾਸਲ ਕਰਦੇ ਹਾਂ, ਗਿਆਨ ਨੂੰ ਪੜ੍ਹਦੇ ਹਾਂ, ਬਹੁਤ ਸਾਰੇ ਵਿਦਵਾਨਾਂ ਨੂੰ ਕਿਤਾਬਾਂ ਨੂੰ ਪੜ੍ਹਦੇ ਹਾਂ, ਗੁਰੂ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ, ਸਾਨੂੰ ਸਮਝ ਲੱਗਦੀ ਤੂੰ ਬਿਲਕੁਲ ਕੋਰਾ ਅਗਿਆਨੀ, ਤੈਨੂੰ ਕੁਛ ਵੀ ਸਮਝ ਨਹੀਂ। ਪਰ ਜਿੰਨਾ ਚਿਰ ਨਹੀਂ ਪੜ੍ਹਿਆ ਕੁਛ ਵੀ ਤਾਂ ਉਹਨਾਂ ਚਿਰ ਗਿਆਨੀ ਸਮਝਦੇ ਸੀ। ਪਰ ਜਦੋਂ ਸਭ ਕੁਝ ਪੜ੍ਹ ਕੇ ਵੇਖਿਆ ਫਿਰ ਪਤਾ ਲੱਗਿਆ ਬਹੁਤ ਅਗਿਆਨੀ ਹਾਂ, ਬਹੁਤ ਬੇਸਮਝ ਹਾਂ। ਇਸ ਕਰਕੇ ਬਹੁਤਾ ਧਨ ਕਮਾ ਲੈਣ ਦਾ ਲਾਭ ਇਹ ਹੈ ਕਿ ਬੰਦਾ ਅੰਦਰੋਂ ਆਪਣੇ ਆਪ ਨੂੰ ਦੇਖਣ ਲੱਗ ਪੈਂਦਾ ਕਿ ਮੈਂ ਅੰਦਰੋਂ ਕੰਗਾਲ ਹਾਂ। ਬਹੁਤਾ ਗਿਆਨ ਹਾਸਲ ਕਰ ਲੈਣ ਦਾ ਇੱਕ ਲਾਭ ਹੈ ਕਿ ਬੰਦੇ ਨੂੰ ਆਪਣੇ ਅੰਦਰ ਦੀ ਅਗਿਆਨਤਾ ਨਜ਼ਰ ਆਉਣ ਲੱਗ ਪੈਂਦੀ ਹੈ। ਬਹੁਤਾ ਬਲਵਾਨ ਹੋਣ ਦਾ ਇੱਕ ਲਾਭ ਹੈ ਕਿ ਅੰਦਰ ਆਪਣਾ ਬਲ ਲੱਗਦਾ, ਤੇਰੇ ਕੋਲ ਕੋਈ ਬਲ ਨਹੀਂ। ਤੁਸੀਂ ਦੇਖੋ ਕਿ ਅੱਜ ਦੇ ਸਮੇਂ ਦੇ ਅੰਦਰ ਜਿਹੜੇ ਆਪਣੇ ਆਪ ਨੂੰ ਬਲਵਾਨ, ਭਲਵਾਨ, ਪਹਿਲਵਾਨ ਕਹਿੰਦੇ ਨੇ, ਜਦੋਂ ਛੋਟਾ ਜਿਹਾ ਦੁੱਖ ਹੁੰਦਾ ਹੈ ਤੇ ਉਹ ਖੁਦਕੁਸ਼ੀ ਦੇ ਮਾਰਗ 'ਤੇ ਤੁਰ ਪੈਂਦੇ ਨੇ। ਕੋਈ ਡਿਪਰੈਸ਼ਨ ਦੇ ਮਾਰਗ 'ਤੇ ਤੁਰ ਪੈਂਦਾ, ਕੋਈ ਫਟਾਕ ਅਟੈਕ ਹੋ ਕੇ ਸੰਸਾਰ ਤੋਂ ਚਲਾ ਜਾਂਦਾ। ਕੀ ਅਰਥ ਹੋਇਆ? ਭਲਵਾਨੀ ਤੇ ਆਈ ਪਰ ਅੰਦਰ ਦੀ ਗਰੀਬੀ ਨਜ਼ਰ ਨਹੀਂ ਆਈ, ਅੰਦਰ ਦੀ ਨਿਰਬਲਤਾ ਨਜ਼ਰ ਨਹੀਂ ਆਈ ਕਿ ਤੇਰੇ ਅੰਦਰ ਕੋਈ ਬਲ ਨਹੀਂ ਹੈ। ਕਿਉਂਕਿ ਉਸਦੇ ਜੀਵਨ ਵਿੱਚ ਉਹ ਚੀਜ਼ ਤਾਂ ਹੈ ਨਹੀਂ ਕਿ ਜਿਹੜਾ ਉਸਦੇ ਬਲ ਨੂੰ ਕੋਈ ਚੈਲੰਜ ਕਰੇ ਅਤੇ ਅੰਦਰ ਉਸਨੂੰ ਲੱਗੇ ਕਿ ਹਾਂ ਮੈਂ ਅੰਦਰੋਂ ਬਲਵਾਨ ਨਹੀਂ ਹਾਂ। ਮੈਂ ਇੱਕ ਘਟਨਾ ਤੋਂ ਤੁਹਾਨੂੰ ਜਾਣੂ ਕਰਾਵਾਂ, ਗੱਲ ਸਾਡੇ ਸ਼ਾਇਦ ਹੋ ਸਕਦਾ ਪਕੜ ਵਿੱਚ ਆ ਜਾਏ। ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਪਹਿਲਵਾਨਾਂ ਦੇ ਉੱਤੇ ਬੜਾ ਅਹੰਕਾਰ ਅਤੇ ਗਰੂਰ ਸੀ ਕਿ ਮੇਰੇ ਵਰਗੇ ਪਹਿਲਵਾਨ ਪੂਰੇ ਪੰਜਾਬ ਦੇ ਵਿੱਚ, ਮੇਰੇ ਰਾਜ ਵਿੱਚ ਨਹੀਂ ਹਨ। ਜੋ ਪਹਿਲਵਾਨ, ਜੋ ਭਲਵਾਨ ਮੇਰੇ ਕੋਲ ਹਨ। ਅਤੇ ਉਹ ਹਰ ਸਾਲ ਕੀ ਕਰਦਾ ਸੀ ਕਿ ਸਾਰੇ ਦੇਸ਼ ਵਿੱਚੋਂ, ਕਿਉਂਕਿ ਉਸ ਵੇਲੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਇੱਕ ਦੇਸ਼ ਸੀ ਜਿੱਥੇ ਉੱਥੇ ਖਾਲਸਾ ਰਾਜ ਸੀ, ਉੱਥੇ ਸਾਰੇ ਦੇਸ਼ ਨੂੰ ਇਹ ਚਿੱਠੀਆਂ ਭੇਜਦਾ ਸੀ ਕਿ ਆਪਣੇ ਹਰ ਇਲਾਕੇ 'ਚੋਂ ਬੰਦੇ ਆਉਣ ਅਤੇ ਮੇਰੇ ਭਲਵਾਨਾਂ ਦੇ ਨਾਲ ਆ ਕੇ ਕੁਸ਼ਤੀ ਕਰਨ। ਕਿਉਂਕਿ ਗਰੂਰ ਹੋਣਾ ਸੌਖਾ ਸੀ, ਕਿਉਂਕਿ ਉਹਦਾ ਸਾਹਮਣਾ ਕੋਈ ਮੁਕਾਬਲਾ ਕਰ ਨਹੀਂ ਪਾਉਂਦਾ ਸੀ। ਕਈ ਰਾਜਾ ਹੋਣ ਦਾ ਡਰ ਕਰਕੇ ਵੀ ਰਾਜੇ ਦੇ ਭਲਵਾਨ ਨੇ ਜੇ ਆਪਾਂ ਕਿਤੇ ਇਹਨੂੰ ਚਿੱਤ ਵੀ ਕਰ ਦਿੱਤਾ, ਪਤਾ ਨਹੀਂ ਰਾਜੇ ਨੇ ਕੱਲ੍ਹ ਨੂੰ ਮਰਵਾ ਹੀ ਨਾ ਦੇਵੇ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਬਹੁਤ ਸਾਰੇ ਲੋਕ ਡਰ ਕੇ ਹੀ ਭੱਜ ਜਾਂਦੇ ਸਨ ਭਲਵਾਨਾਂ ਨੂੰ ਵੇਖ ਕੇ। ਇੱਕ ਨਗਰ ਵਿੱਚੋਂ ਜਦੋਂ ਇਹ ਖਬਰ ਗਈ ਕਿ ਇਸ ਵਾਰੀ ਵਿਸਾਖੀ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਕੁਸ਼ਤੀ ਦਾ ਪ੍ਰੋਗਰਾਮ ਰੱਖਿਆ ਕਿ ਉਸਦੇ ਭਲਵਾਨ ਹਨ, ਜੋ ਉਸਦੇ ਭਲਵਾਨਾਂ ਨੂੰ ਚਿੱਤ ਕਰ ਦੇਵੇਗਾ, ਇੱਕ ਭਲਵਾਨ ਨੂੰ ਹੀ ਕਿਸੇ ਨੂੰ, ਤਾਂ ਉਸਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਏਗਾ। ਹੁਣ ਪਿੰਡ ਦਾ ਇੱਕ ਨੌਜਵਾਨ ਉੱਠ ਕੇ ਨਾਲ ਦਾ ਨਗਰ ਸੀ ਲਾਹੌਰ ਪਹੁੰਚ ਜਾਂਦਾ ਹੈ ਅਤੇ ਉੱਥੇ ਜਾ ਕੇ ਕੀ ਵੇਖਦਾ ਕਿ ਉਹਦੇ ਭਲਵਾਨ ਕੁਸ਼ਤੀ ਦੇ ਉਸ ਮੈਦਾਨ ਅੰਦਰ, ਗਰਾਊਂਡ ਦੇ ਅੰਦਰ ਵੱਡੇ ਵੱਡੇ ਡੋਲੇ ਨੇ ਔਰ ਉਹਨਾਂ ਨੂੰ ਫੜਕਾਉਂਦੇ ਫਿਰ ਰਹੇ ਹਨ ਅਤੇ ਚਾਰੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਤਮਾਸ਼ਗੀਰ ਲੋਕ ਤਮਾਸ਼ਾ ਦੇਖਣ ਵਾਸਤੇ ਆਏ ਨੇ ਵੀ ਕੌਣ ਦੇਖੇ ਸਾਹਮਣਾ ਕਰਨ ਵਾਸਤੇ ਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਆਪਣੇ ਤਖਤ ਦੇ ਸਾਹਮਣੇ ਬੈਠਾ ਹੈ, ਕੁਸ਼ਤੀ ਦੇਖ ਰਿਹਾ ਹੈ ਅਤੇ ਉੱਥੇ ਜੋ ਹੈ ਉਹਦੇ ਭਲਵਾਨ ਸਾਰਿਆਂ ਨੂੰ ਉੱਚੀ ਉੱਚੀ ਕਹਿ ਰਹੇ ਹਨ ਕਿ ਕਿਸੇ ਦੀ ਮਾਂ ਨੇ ਦੁੱਧ ਪਿਲਾਇਆ ਹੋਵੇ ਅਤੇ ਸਾਡੇ ਨਾਲ ਆ ਕੇ ਕੁਸ਼ਤੀ ਕਰੋ। ਹੁਣ ਨੌਜਵਾਨ ਸੀ, 18 ਸਾਲਾਂ ਦੀ ਉਮਰ। ਉਸਨੇ ਜਦੋਂ ਇਹ ਗੱਲ ਸੁਣੀ, ਉਹ ਕੁੱਦ ਕੇ ਉਸ ਗਰਾਊਂਡ ਦੇ ਵਿੱਚ ਆ ਗਿਆ ਜਿੱਥੇ ਕੁਸ਼ਤੀ ਹੋਣੀ ਸੀ ਔਰ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ, ਮਹਾਰਾਜਾ ਸਾਹਿਬ ਆਗਿਆ ਦਿਓ, ਮੈਂ ਆਪ ਜੀਆਂ ਦੇ ਪਹਿਲਵਾਨਾਂ ਨਾਲ ਕੁਸ਼ਤੀ ਕਰਾਂਗਾ। ਕਿਉਂ? ਕਿਉਂਕਿ ਉਹਦੇ ਪਹਿਲਵਾਨਾਂ ਨੂੰ ਉਹਨਾਂ ਦੀ ਕੰਗਾਲਤਾ, ਉਹਨਾਂ ਦੀ ਜਿਹੜੀ ਅੰਦਰ ਦੀ ਨਿਰਮਲਤਾ ਦਿਖਾਣੀ ਸੀ। ਉਸ ਭਲਵਾਨ ਨੇ, 18 ਸਾਲ ਦੇ ਨੌਜਵਾਨ ਨੇ, ਕਿ ਤੇਰੇ ਪਹਿਲਵਾਨ ਸਰੀਰ ਕਰਕੇ ਤਕੜੇ ਹਨ ਪਰ ਮਾਨਸਿਕ ਤੌਰ ਤੋਂ ਤਕੜੇ ਨਹੀਂ, ਕਿਉਂਕਿ ਉਸ ਬਾਣੀ ਨਾਲ ਨਹੀਂ ਜੁੜੇ ਜਿਸ ਬਾਣੀ ਨਾਲ ਮੈਂ ਜੁੜਿਆ ਹੋਇਆ। ਗੱਲ ਇਹ ਸਮਝਿਓ, ਕਿਉਂਕਿ ਉਹ ਬੱਚਾ ਬਾਣੀ ਦੇ ਸਾਏ ਵਿੱਚ ਪਲਿਆ ਸੀ। ਮਾਂ ਬਾਣੀ ਪੜ੍ਹਦੀ ਸੀ, ਘਰ ਦੇ ਵਿੱਚ ਬਾਣੀ ਤੋਂ ਬਿਨਾਂ ਪ੍ਰਸਾਦਾ ਪਾਣੀ ਨਹੀਂ ਸੀ ਮਿਲਦਾ। ਬਾਣੀ ਨਾਲ ਜੁੜਾ ਹੋਇਆ ਪਰਿਵਾਰ ਸੀ। ਬਾਪ ਜਿਹੜਾ ਧਰਮ ਯੁੱਧ ਦੇ ਵਿੱਚ ਸ਼ਹੀਦ ਹੋ ਚੁੱਕਿਆ, ਮਾਂ ਨੇ ਪਾਲਿਆ ਸੀ। ਬਚਪਨ ਦੇ ਅੰਦਰ ਹੀ ਪਿਤਾ ਚਲਾ ਗਿਆ ਸੀ, ਪਰ ਮਾਂ ਨੇ
ਗੁੜਤੀ ਗੁਰਮਤਿ ਦੀ ਦਿੱਤੀ, ਗੁਰੂ ਗਿਆਨ ਦੀ ਦਿੱਤੀ। ਉਸ ਨੂੰ ਪਤਾ ਸੀ ਵੀ ਇਸ ਦੇ ਭਲਵਾਨ ਬਾਣੀ ਨਾਲ ਜੁੜੇ ਹੋਏ ਨਹੀਂ। ਉਹ ਮਾਨਸਿਕ ਤੌਰ ਤੋਂ ਅੰਦਰੋਂ ਬੜਾ ਅਮੀਰ ਸੀ। ਬਾਹਰੋਂ ਸਰੀਰ ਕਰਕੇ ਉਤਨਾ ਭਾਵੇਂ ਬਲਵਾਨ ਨਹੀਂ ਨਜ਼ਰ ਆ ਰਿਹਾ ਸੀ, ਪਰ ਜੋ ਜਿਹੜਾ ਅੰਦਰੋਂ ਉਹਦੇ ਕੋਲ ਬਲ ਸੀ ਉਹ ਬੜਾ ਕਮਾਲ ਦਾ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਉਹਨੇ ਜਾ ਕੇ ਵੰਗਾਰਿਆ, ਮਹਾਰਾਜਾ ਰਣਜੀਤ ਸਿੰਘ ਬੜਾ ਖੁਸ਼ ਹੋਇਆ ਵੀ ਕੋਈ ਹੈ ਜਿਸ ਨੇ ਇਹ ਗੱਲ ਆਖੀ ਹੈ ਕਿ ਮੈਂ ਤੇਰੇ ਪਹਿਲਵਾਨਾਂ ਨਾਲ ਲੜਾਂਗਾ, ਤੇਰੇ ਭਲਵਾਨਾਂ ਨਾਲ ਲੜਾਂਗਾ। ਪਿਆਰ ਵੱਲੋਂ ਸੱਚ ਜਾਣਨਾ, ਉੱਥੇ ਜਿਹੜੀ ਗੱਲ ਹੋਈ, ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਉਮਰ ਪੁੱਛੀ, ਬੇਟਾ ਤੇਰੀ ਉਮਰ ਕੀ ਹੈ? ਕਹਿੰਦੇ ਜੀ ਮੇਰੀ ਉਮਰ 18 ਸਾਲ ਹੈ। ਬੇਟਾ ਦੇਖ, ਹੱਡੀਆਂ ਨਾ ਤੁੜਵਾ ਲਈ, ਮੇਰੇ ਭਲਵਾਨ 36 ਸਾਲ ਦੇ ਨੇ, ਕਿਤਨੀ ਖੁਰਾਕ ਖਾਂਦਾ ਹੈ? ਕਹਿੰਦੇ ਜੀ 4 ਰੋਟੀਆਂ ਸਵੇਰੇ, ਦੁਪਹਿਰੀ ਤੇ ਸ਼ਾਮੀ। ਕਹਿੰਦੇ ਇਤਨੀ ਖੁਰਾਕ 12-15 ਰੋਟੀਆਂ ਇੱਕ ਟਾਈਮ ਦੀ ਮੇਰੇ ਇੱਕ ਭਲਵਾਨ ਦੀ ਖੁਰਾਕ ਹੈ। ਤੁਸੀਂ ਦੇਖੋ, ਧਿਆਨ ਦਿਓ ਗੱਲ ਨੂੰ, ਸਮਝਣ ਦਾ ਯਤਨ ਕਰੋ। ਉਹ ਮਹਾਰਾਜਾ ਰਣਜੀਤ ਕਹਿੰਦਾ ਵੀ ਤੇਰੀ ਉਮਰ ਅੱਧੀ ਉਮਰ ਹੈ, ਸਾਡਾ ਪਹਿਲਵਾਨ ਜਿਹੜਾ ਉਹ ਤੇ ਤੋਂ ਦੁਗਣੀ ਉਮਰ ਦਾ ਹੈ। ਜਿੰਨੀ ਤੂੰ ਖੁਰਾਕ ਪੂਰਾ ਦਿਨ 'ਚ ਖਾਂਦਾ, ਇੱਕ ਵੇਲੇ ਦੀ ਸਾਡੇ ਪਹਿਲਵਾਨ ਦੀ ਖੁਰਾਕ ਹੈ। ਤੂੰ ਇਹਨਾਂ ਦਾ ਮੁਕਾਬਲਾ ਕਰ ਲਏਂਗਾ? ਕਹਿੰਦੇ ਹਾਂ ਜੀ। ਸਰੀਰ ਵੀ ਉਤਨਾ ਤਕੜਾ ਨਹੀਂ ਵੀ ਜੋ ਜਿੱਦਾਂ ਉਹਨਾਂ ਦੇ ਸਰੀਰ ਬਣੇ ਹੋਏ ਨੇ, ਕਿਉਂਕਿ ਸਰਕਾਰੀ ਖੁਰਾਕ ਮਿਲਦੀ ਹੈ ਉਹਨਾਂ ਨੂੰ, ਤਾਂ ਸਰਕਾਰੀ ਦਰਬਾਰੇ ਉਹਨਾਂ ਨੂੰ ਜਿਹੜਾ ਹੈ ਹਰ ਚੀਜ਼ ਮਿਲਦੀ ਹੈ ਖਾਣ ਪੀਣ ਨੂੰ। ਪਰ ਉਸ ਨੌਜਵਾਨ ਨੇ ਜਦੋਂ ਉਹ ਕੁਸ਼ਤੀ ਦੇ ਮੈਦਾਨ 'ਚ ਗਿਆ, ਜਿਹੜਾ ਭਲਵਾਨ ਸਾਰਿਆਂ ਨੂੰ ਚੈਲੰਜ ਕਰ ਰਿਹਾ ਸੀ, ਸਭ ਤੋਂ ਪਹਿਲਾਂ ਕਿ ਮੈਂ ਤੇਰੇ ਨਾਲ ਲੜਨਾ ਹੈ, ਔਰ ਲੜਿਆ। ਉਹ ਲੜ ਕੇ ਪਹਿਲੀ ਹੀ ਪਟਕਨੀ ਵਿੱਚ ਉਸ ਨੂੰ ਧਰਤੀ 'ਤੇ ਲੰਬਾ ਪਾ ਦਿੱਤਾ, ਉਸ ਨੂੰ ਹਰਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਬੜਾ ਖੁਸ਼ ਹੁੰਦਾ ਹੈ। ਕਹਿੰਦੇ ਬੇਟਾ ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਕਿ ਪਹਿਲੀ ਵਾਰ ਹੋਇਆ ਕਿ ਕਿਸੇ ਆਮ ਬੰਦੇ ਨੇ ਮੇਰੇ ਭਲਵਾਨਾਂ ਨੂੰ ਕਿਤੇ ਧਰਤੀ 'ਤੇ ਜਾ ਕੇ ਉਹਦੀ ਪਿੱਠ ਲਾਈ ਹੈ, ਅਤੇ ਮੈਂ ਬੜਾ ਖੁਸ਼ ਹਾਂ। ਅਤੇ ਪਤਾ ਅੱਗੋਂ ਉਹ ਨੌਜਵਾਨ ਕੀ ਕਹਿੰਦਾ ਹੈ? ਕਹਿੰਦੇ ਮਹਾਰਾਜਾ ਰਣਜੀਤ ਸਿੰਘ ਇਹ ਤਾਂ ਮਿੱਟੀ ਦੇ ਮਾਧੋ ਨੇ, ਹੱਥ ਲਾਇਆ ਅਤੇ ਤੇਰਾ ਪਹਿਲਵਾਨ ਡਿੱਗ ਗਿਆ। ਮੈਂ ਤੇਰੇ 2 ਭਲਵਾਨਾਂ ਨਾਲ ਕੁਸ਼ਤੀ ਕਰਾਂਗਾ। 2 ਦੇ ਨਾਲ ਕੁਸ਼ਤੀ ਕੀਤੀ, ਦੋਨਾਂ ਨੂੰ ਚਿੱਤ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਫਿਰ ਆਪਣੇ ਤਖਤ ਤੋਂ ਉੱਠਦਾ ਹੈ, ਕਹਿੰਦਾ ਕਿ ਮੇਰਾ ਮਨ ਬੜਾ ਖੁਸ਼ ਹੈ ਅਤੇ ਮੈਂ ਤੈਨੂੰ ਇਨਾਮ ਦੇਣਾ ਚਾਹੁੰਦਾ। ਕਹਿੰਦੇ ਬਸ ਅਜੇ ਕਰ, ਮੈਂ ਤੇਰੇ 3 ਭਲਵਾਨਾਂ ਨਾਲ ਕੁਸ਼ਤੀ ਕਰਾਂਗਾ। 3 ਨਾਲ ਕੀਤੀ, ਆਖਿਰ ਜੋ 3 ਵੀ ਹਰਾ ਦਿੱਤੇ। ਕਹਿੰਦਾ ਫਿਰ ਮਹਾਰਾਜਾ ਨੇ ਕਹਿੰਦਾ ਕਿ ਮੈਂ ਤੈਨੂੰ ਇਨਾਮ ਦੇਣਾ ਚਾਹੁੰਦਾ। ਕਹਿੰਦੇ ਮਹਾਰਾਜ ਸਾਹਿਬ ਰੁਕੋ, ਮੈਂ ਤੇਰੇ 5 ਪਹਿਲਵਾਨਾਂ ਨਾਲ ਕੁਸ਼ਤੀ ਲੜਾਂਗਾ। ਉਸ ਨੌਜਵਾਨ ਨੇ 18 ਸਾਲ ਦੇ 5 ਭਲਵਾਨਾਂ ਨਾਲ ਕੁਸ਼ਤੀ ਲੜੀ ਅਤੇ 2 ਨੂੰ ਹੱਥਾਂ ਵਿੱਚ ਦੱਬ ਲਿਆ, 2 ਨੂੰ ਲੱਤਾਂ ਵਿੱਚ ਦੱਬ ਲਿਆ, ਅਤੇ ਇੱਕ ਡਰ ਕੇ ਨੇੜੇ ਨਹੀਂ ਆਇਆ, ਭੱਜ ਗਿਆ। ਉਹ 5 ਭਲਵਾਨਾਂ ਨੂੰ ਹਰਾ ਕੇ ਔਰ ਜਦੋਂ ਉਹ ਜਿੱਤਿਆ ਅਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਤਖਤ ਤੋਂ ਉੱਠ ਕੇ ਆ ਗਿਆ ਅਤੇ ਗਰਾਊਂਡ ਵਿੱਚ ਆ ਕੇ, ਮਹਾਰਾਜਾ ਰਣਜੀਤ ਉੱਥੇ ਕਦੀ ਆਉਂਦਾ ਨਹੀਂ ਸੀ, ਪਰ ਉੱਥੇ ਉਤਰ ਕੇ ਔਰ ਆਪਣੇ ਸੋਨੇ ਦਾ, ਉਸ ਵੇਲੇ ਦਾ 20,000 ਦਾ ਸੋਨੇ ਦਾ ਹਾਰ ਕੀਮਤੀ ਉਸ ਬੱਚੇ ਦੇ ਗਲੇ ਵਿੱਚ ਪਾ ਦਿੱਤਾ। ਉਹ ਸੀ ਸਰਦਾਰ ਹਰੀ ਸਿੰਘ ਨਲਵਾ। ਕੌਣ ਸੀ? ਉਸਨੇ ਐਸਾ ਕਿਉਂ ਕੀਤਾ? ਜਿਹੜੇ ਮਹਾਰਾਜਾ ਰਣਜੀਤ ਦੇ ਬਲਵਾਨ ਸਨ ਨਾ, ਭਲਵਾਨ ਸਨ, ਉਹ ਸਰੀਰ ਕਰਕੇ ਤਕੜੇ ਸਨ ਪਰ ਮਾਨਸਿਕ ਤੌਰ ਤੋਂ ਕਮਜ਼ੋਰ ਸਨ। ਉਸਦੀ ਪੈਤੜੇਬਾਜ਼ੀ ਤੋਂ, ਉਹਦੇ ਢੰਗ ਤਰੀਕੇ ਤੋਂ, ਕਿਉਂਕਿ ਅੰਦਰ ਉਹਦੀ ਆਤਮਾ ਬੜੀ ਬਲਵਾਨ ਸੀ ਬਾਣੀ ਨਾਲ। ਯਾਦ ਰੱਖਣਾ, ਬਾਣੀ ਨਾਲ ਆਤਮਾ ਇਤਨੀ ਬਲਵਾਨ ਸੀ ਉਹਦੀ ਕਿ ਉਸਨੇ ਉਹਦੇ ਪਹਿਲਵਾਨਾਂ ਨੂੰ ਉਹਨਾਂ ਦੇ ਅੰਦਰ ਦੀ ਗਰੀਬੀ ਦਿਖਾ ਦਿੱਤੀ, ਉਹਨਾਂ ਦੀ ਨਿਰਬਲਤਾ ਦਿਖਾ ਦਿੱਤੀ। ਸਰੀਰ ਕਰਕੇ ਬੇਸ਼ੱਕ ਤੁਸੀਂ ਬਲਵਾਨ ਹੋ, ਪਰ ਤੁਸੀਂ ਮਾਨਸਿਕ ਤੌਰ ਤੋਂ ਤੁਹਾਡੇ ਅੰਦਰ ਬਲ ਨਹੀਂ ਹੈ। ਬਹੁਤਾ ਭਲਵਾਨ ਹੋਣ ਦਾ ਇੱਕ ਲਾਭ ਹੈ ਕਿ ਅੰਦਰ ਦਾ ਆਪਣਾ ਨਿਰਬਲਤਾ ਨਜ਼ਰ ਆਉਣ ਲੱਗ ਪਵੇ। ਬਹੁਤਾ ਗਿਆਨਵਾਨ ਹੋਣ ਦਾ ਇੱਕ ਲਾਭ ਹੈ ਕਿ ਅੰਦਰ ਦੀ ਅਗਿਆਨਤਾ ਨਜ਼ਰ ਆਵੇ। ਬਹੁਤਾ ਧਨਵਾਨ ਹੋਣ ਦਾ ਇੱਕ ਲਾਭ ਹੈ ਪਿਆਰ ਵਾਲਿਓ ਕਿ ਅੰਦਰ ਦੀ ਗਰੀਬੀ ਨਜ਼ਰ ਆਵੇ, ਕੰਗਾਲੀ ਨਜ਼ਰ ਆਵੇ। ਜਦੋਂ ਕੋਈ ਸਿੱਖ ਅੰਦਰੋਂ ਇਹ ਸਮਝ ਕੇ ਆਉਂਦਾ ਧਨ ਬਹੁਤ ਹੈ ਮੇਰੇ ਕੋਲ, ਪਰ ਸੱਚੇ ਪਾਤਸ਼ਾਹ ਤੇਰੀ ਸਿੱਖੀ ਮੇਰੇ ਕੋਲ ਨਹੀਂ, ਤੇਰਾ ਨਿਤਨੇਮ ਮੇਰੇ ਕੋਲ ਨਹੀਂ, ਮੇਰੇ ਘਰ ਦੇ ਵਿੱਚ ਤੇਰੇ ਘਰ ਦੀ ਸਿੱਖਿਆ ਨਹੀਂ, ਇਸ ਕਰਕੇ ਮੈਂ ਬੜਾ ਗਰੀਬ ਹਾਂ, ਤੇਰੇ ਦਰ 'ਤੇ ਆਇਆ। ਜਦੋਂ ਇਸ ਭਾਵਨਾ ਨਾਲ ਅਰਦਾਸ ਹੋਵੇ, ਮੈਂ ਇਹ ਵੀ ਗੱਲ ਕਹਿ ਦੇਵਾਂ ਕਿ ਜਦੋਂ ਹਰੀ ਸਿੰਘ ਨਲਵਾ ਘਰ ਆਇਆ ਸੀ ਨਾ, ਅਤੇ ਮਾਂ ਨੇ ਦੇਖ ਕੇ ਕਿਹਾ ਕਿ ਬੇਟਾ ਇਹ ਕੀ ਕੀਤਾ?
इतना कीमती सोने का हार चोरी करके आया? कहते नहीं माँ, चोरी नहीं किया, चोरी नहीं किया हार। फिर कित्थों आया तेरे कोल? कहते महाराजा रणजीत सिंह ने लाहौर दरबार दे विच कुश्ती रखी सी, उसका इनाम रखिया सी। ते देख माँ, अज मैं महाराजा रणजीत सिंह दे 5 पहलवानों नूं हरा के आया। तेरा चुंगिया होया दुध ते तेरी दिती हुई गुरमत दी गुड़ती ने अज इतनी कृपा की कि महाराजा रणजीत सिंह ने खुद पे खुद आके अपने गले का हार मेरे गले विच पाया। माँ मैं वेला सा, नौकरी नहीं सी, मैनू अपनी फौज के अंदर महाराजा रणजीत सिंह ने भर्ती भी कर लिया। माँ ने मत्था चुमिया, प्यार दिता कि वाह सेरा भी अज तू माँ की दिती हुई गुड़ती, गुरु का दिता होया ज्ञान ते गुरबाणी दे सदका तू अज ये कारनामा किया। याद रखना, माँ बड़ी गदगद हुई कि अज मेरे पुत ने चोरी नहीं सगों एक सन्मान दे नाल इतना बड़ा हार जिहड़ा लैके घर आया, क्योंकि ये है अंदर दी गरीबी उन्होंने दिखा के अपने अंदर दी अमीरी नूं कहंदे ने। और याद रखना, अंदर जदों असी इस दीन अवस्था विच जाके अरदास करते हैं तो वह अकाल पुरख वाहिगुरू फिर दीनां दे उत्ते दया करता है। जिन्होंने मार कहने कर कृपा प्रभ दीन दयाला, है दीनां ते दया करने वाले वाहिगुरू मेरे उत्ते भी मेहर कर। की मेहर कर? कहने तेरे संतन की मन होए रवाला, मेरा मन तेरे संत जनां दे चरनां दी धूड़ बनिया रहे। एक मुहावरा है, कई बारी ना असी बाणी जदों पढ़ते हैं इन्हां चीज़ां दी बरीकियां नूं नहीं समझ पाते, तो कई बारी सिख उदां दे कर्म करन लग पैंदे हन। जिवें आपां जोड़ा घर च सेवा करते हैं, एक सेवा की एक प्रैक्टिस है। जिवें आपां मत्था टेक के कई बारी की हुंदा कि धूड़ नूं आपां मत्थे ते लांदे हां, एक प्रैक्टिस है। ये साडे अंदर सेवा भावना का एक जज्बात है। पर यह गल सानूं याद रखनी चाहिए है कि चरण धूड़ का मतलब एक मुहावरे के रूप दे विच है, ना कि असी इस तरीके दे नाल कि अपने सिर दे विच मिट्टी चक्के पा लैनी जां किसी दी जुत्तियां अपनी पग नूं ला देनी। पग बड़ी कीमती है, सिखां नूं पता ही नहीं। अज सिख जोड़े घरां च अपनी पग दे ते लोकां दी जुत्तियां लाई जांदे। ये तो एक मुहावरा सी। मुहावरा की सी? जिवें असीं देखते हैं कि कई बारी एक परिवार एक मित्र दूजे नूं कहंदा है, कहंदे यार मैनूं तेरे कोलों ये लोड़ है, ये मेरा काम है। वो कहंदा तू छड्ड ये काम, मैं तेरे ते जान भी वार देंगा। हुण जान वारन नूं ना उसने कहा ना उन्हें जान वारनी है। उसका अर्थ ये सीगा कि औखे तो औखा काम भी होएगा तो मैं तेरे नाल खलोता होया, तेरे हर काम वास्ते मैं करन वास्ते तैयार हाँ। इस तरह के मुहावरे होंदे ने। असी मुहावरा नूं ना समझ पाए, इस करके कई बारी असी अनगहली दे अंदर चौबच्चे का पानी लोग पींदे हैं, जिथे लोगों ने पैर धोते होंदे ने। मानसिकता नहीं घटानी। गुरु नानक का विचार भी पढ़ लेना, अल मल खाई सिर छाई पाई मूर्ख अंधा लिखिया बाणे च, कौन पढ़ेगा नू, कौन विचारेगा। इस करके इत्थे चरण धूड़ का अर्थ है कि मैं गुरमुख जनां दे चरनां दी धूड़ का अर्थ है कि मैं निमरता भाव विच रह के उस सिक्ख्या नूं जीवन दे विच कमा सकां, मेरे जीवन च उस सिक्ख्या प्रगट हो जाए। बस इतना जो अर्थ है कि वो विचारधारा मेरे अंदर प्रगट हो जाए। भावें ये बहुत आद विच गुरु साहब जी ने बाणी विच जिवें माग मजन संग साधमा धूड़ी कर इस्नान हर का नाम ध्याए सुन सबना नूं करदान। असी रोज़ पढ़ते हैं अंतर जामी पुरख विदाते श्रद्धा मन की पूरे नानक दास यह सुख मांगे मोको कर संतन की। ऐसा अर्थ इतना ही है सिर्फ कि असी इतने को गुरु साहब जी और गुरमुखां दे उत्ते कहिए कि असी अपना आप कुर्बान करने वास्ते तैयार हाँ। जिवें आपां बाणी च कहने ते तों सदके हाँ सतगुर जी कुर्बान हाँ बलिहार जाना हाँ। तो बलिहार जान का अर्थ है कि मैं गुरु की हर एक आग्या मनन वास्ते तैयार हाँ, तो वो हर काम करन वास्ते तैयार हैं जो गुरु साहब जी सिख कोलों चाहुंदे हन। ये इसके जो मीनिंग बनते हैं जो असल दे विच हन। इस करके मैं कहता मैं तेरे संत जना दी गुरमुख जना दे चरनां दी धूड़ बनिया रवां, पाओ कि मेरे अंदर इतनी निमरता आ जाए कि मैं बिना हील हुज्जत दे उन्हां दा आख्या मन के जीवन जीवां। असी की करते हैं हर गल ते तरक खड़ी करते, सानू कोई कुछ आखे ना असी तरक खड़ी कर देंगे, असी हील हुज्जत करते हाँ
ਜੋ ਚਾਹੀਦਾ ਤੇ ਇਹ ਸੀ ਕਿ ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਗੁਰਮੁਖ ਜਨਾਂ ਦਾ ਆਖਿਆ ਹੋਇਆ ਬਚਨ ਜੋ ਗੁਰਬਾਣੀ ਦੇ ਮੁਤਾਬਿਕ ਹੋਵੇ ਉਹ ਸਾਨੂੰ ਕਮਾਉਣਾ ਚਾਹੀਦਾ, ਹਿਲ ਹੁਜਤ ਨਹੀਂ ਕਰਨੀ ਚਾਹੀਦੀ। ਇਹ ਚਰਨ ਧੂੜ ਹੋ ਜਾਣਾ ਵੀ ਹੁਣ ਅਸੀਂ ਕੋਈ ਤਰਕ ਵਿਰਕ ਨਹੀਂ ਕਰਦੇ, ਕੋਈ ਹੀਲ ਹੁਜਤ ਨਹੀਂ ਕਰਦੇ, ਜੋ ਤੁਸੀਂ ਕਿਹਾ ਅਸੀਂ ਉਹ ਕਮਾਉਣ ਵਾਸਤੇ ਤਿਆਰ ਹਾਂ। ਇਸ ਕਰਕੇ ਮਾਰ ਕਹਿੰਦੇ ਵੀ ਮੈਂ ਤਾਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੈਨੂੰ ਬਖਸ਼ਿਸ਼ ਕਰ ਦੇ, ਮੈਂ ਤੇਰਾ ਧੂੜ ਬਣਿਆ ਰਵਾਂ। ਜਿਹਨੂੰ ਮਾਰ ਕਹਿੰਦੇ ਜਨ ਕੀ ਧੂੜ ਦੇਹੋ ਕਿਰਪਾ ਨਿਧ, ਨਾਨਕ ਕਹਿ ਸੁਖ ਇਹੀ। ਵੀ ਨਾਨਕ ਦੇ ਘਰ ਦਾ ਇਹੀ ਸੁੱਖ ਹੈ ਕਿ ਮੈਂ ਗੁਰਮੁਖ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਵਾਂ। ਪਾਓ ਕਿ ਨਿਮਰਤਾ ਵਿੱਚ ਰਹਿ ਕੇ ਉਹਨਾਂ ਦੀ ਆਗਿਆ ਵਿੱਚ ਚੱਲਦਾ ਹੋਇਆ ਆਪਣੇ ਜੀਵਨ ਨੂੰ ਜੀਵਾਂ, ਤੇ ਇਹੀ ਮੇਰੇ ਵਾਸਤੇ ਸੁੱਖ ਹੈ। ਇਸ ਨੂੰ ਹੀ ਮਹਾਰਾਜ ਨੇ ਆਖਿਆ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਜੋ ਸੁਖ ਗੋਬਿੰਦ ਦੀ ਸੇਵਾ ਵਿੱਚ ਹੈ, ਤੇ ਗੋਬਿੰਦ ਦੀ ਸੇਵਾ ਕੌਣ ਕਰ ਸਕੇਗਾ? ਜਿਹੜਾ ਨਿਮਰਤਾ ਵਿੱਚ ਰਹੇਗਾ, ਜਿਹੜਾ ਹਲੇਮੀ ਵਿੱਚ ਰਹੇਗਾ, ਜਿਹੜਾ ਸਹਿਜ ਤੇ ਸੰਜਮ ਵਿੱਚ ਰਹੇਗਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਦਵਾਲਾ ਰਹਾਓ। ਅੱਜ ਇਤਨੀ ਵਿਚਾਰ ਆਪਾਂ ਇੱਥੇ ਸੰਪੂਰਨ ਕਰ ਰਹੇ ਹਾਂ। ਫਿਰ ਅੱਗੇ ਲੜੀਵਾਰ ਇੱਕ ਇੱਕ ਪੌੜੀ ਤੇ ਨਾਲ ਦਾ ਸਲੋਕ ਵਿਚਾਰਦੇ ਚਲੇ ਜਾਵਾਂਗੇ, ਔਰ ਇਸ ਬਾਣੀ ਨੂੰ ਇਸ ਤਰ੍ਹਾਂ ਹੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਗੇ ਵਿਚਾਰਾਂਗੇ। ਔਰ ਇਹ ਖਿਆਲ ਰੱਖਾਂਗੇ ਜੀਵਨ ਵਿੱਚ ਕਿ ਆਪਣੇ ਗੁਰੂ ਤੋਂ ਸਿੱਖ ਨੇ ਕਿੱਦਾਂ ਸਦਕੇ ਹੋਣਾ ਹੈ, ਕਿਉਂਕਿ ਸਿੱਖ ਵਾਸਤੇ ਗੁਰੂ ਹੀ ਮਾਂ, ਗੁਰੂ ਹੀ ਪਿਤਾ, ਗੁਰੂ ਹੀ ਸਾਗ ਸੰਬੰਧੀ, ਗੁਰੂ ਦੇ ਨਾਲ ਹੀ ਸਿੱਖ ਦੇ ਸਾਰੇ ਰਿਸ਼ਤੇ ਹਨ। ਦੇਖੋ ਇੱਕ ਰਿਸ਼ਤਾ ਸਾਡਾ ਜੁੜਿਆ ਸਰੀਰ ਨਾਲ, ਜਿੱਦੋਂ ਸਾਡਾ ਜਨਮ ਹੋਇਆ, ਉਹ ਜਨਮ ਦੇਣ ਵਾਲੀ ਮਾਂ, ਉਹਦਾ ਆਦਰ ਜਿਤਨਾ ਕਰ ਲਓ ਰੱਬ ਦਾ ਆਦਰ ਹੈ। ਪਿਤਾ ਦਾ ਆਦਰ ਜਿਤਨਾ ਕਰ ਲਓ ਉਸਦਾ ਆਦਰ ਹੈ। ਭੈਣ ਭਰਾਵਾਂ ਦਾ ਜਿਤਨਾ ਸਤਿਕਾਰ ਕਰ ਲਓ ਘੱਟ ਹੈ। ਪਰ ਇੱਕ ਰਿਸ਼ਤਾ ਸਾਡੇ ਅੰਦਰ ਦੀ ਮਾਂ ਦਾ ਔਰ ਬਾਪ ਦਾ ਵੀ ਹੈ, ਜਿਹਨੂੰ ਮਹਾਰਾਜ ਨੇ ਕਿਹਾ ਕਿ ਮਤ ਮਾਤਾ ਸੰਤੋਖ ਪਿਤਾ ਸਦ ਭਾਈ ਕਰ ਇਹ ਵਿਸੇਕ। ਉਹ ਅੰਦਰ ਦੀ ਗੱਲ ਹੈ, ਅੰਦਰ ਦੇ ਰਿਸ਼ਤੇ ਹਨ, ਉਹਨੂੰ ਸਮਝਣਾ ਇਸ ਬਾਣੀ ਰਾਹੀਂ ਆਪਾਂ ਯਤਨ ਕਰਾਂਗੇ। ਜੋ ਗੁਰਦੇਵ ਸਾਹਿਬ ਜੀ ਆਪ ਕਿਰਪਾ ਕਰਕੇ ਵਿਚਾਰਾਂ ਬਖਸ਼ਣਗੇ, ਆਪ ਜੀਆਂ ਨਾਲ ਉਹ ਵਿਚਾਰਾਂ ਆਉਣ ਵਾਲੇ ਸਮੇਂ ਵਿੱਚ ਸਾਂਝੀਆਂ ਕਰਾਂਗੇ। ਅੱਜ ਇਤਨੇ ਬਚਨ ਬੇਨਤੀਆਂ ਪ੍ਰਵਾਨ ਬੜੇ ਪ੍ਰੇਮ ਨਾਲ ਤੁਸੀਂ ਇੱਥੇ ਪਹੁੰਚੇ, ਹਾਜ਼ਰੀਆਂ ਭਰੀਆਂ, ਗੁਰੂ ਚਰਨਾਂ ਜੁੜੇ। ਸੋ ਇਤਨੇ ਬਚਨ ਬੇਨਤੀਆਂ ਪ੍ਰਵਾਨ ਕਰੋ, ਫਤਿਹ ਦੀ ਸਾਨ ਕਰੋ ਪਿਆਰ ਨਾਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।